ਹੈਲੋ ਗਾਇਸ, ਕਿਵੇਂ ਹੋ ਸਾਰੇ। ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਜਿਵੇਂ ਕਿ ਤੁਹਾਨੂੰ ਪਤਾ ਆਪਣਾ ਲਾਸਟ ਚੈਪਟਰ ਟ੍ਰਿਗਨੋਮੈਟਰੀ ਚੈਪਟਰ ਚੱਲ ਰਿਹਾ ਸੀ ਜੀ। ਆਪਾਂ ਐਕਸਰਸਾਈਜ਼ 8.1 ਦੇ ਫਸਟ 5 ਪਾਰਟ ਕਰ ਲਏ ਸੀ। ਆਪਾਂ 6th ਪਾਰਟ ਤੋਂ ਸਟਾਰਟ ਕਰਦੇ ਹਾਂ ਜੀ। ਅੱਜ 6th ਪਾਰਟ ਹੈਗਾ ਜੀ, ਇਫ ਐਂਗਲ A ਐਂਡ ਐਂਗਲ B ਆਰ ਅਕਿਊਟ ਐਂਗਲ ਸੱਚ ਦੈਟ cos A ਇਕੁਅਲ ਟੂ cos B ਦੇ ਦੈਨ ਸ਼ੋ ਦੈਟ ਐਂਗਲ A ਇਕੁਅਲ ਟੂ ਐਂਗਲ B ਦੇ ਜੀ। ਠੀਕ ਹੈ ਜੀ। ਹੁਣ ਇਹ ਕਹਿੰਦਾ ਦੋਨੇ ਇੱਕ ਰਾਈਟ ਐਂਗਲ ਆਪਣੇ ਟ੍ਰਾਇੰਗਲ ਹੈ ਜੀ। ਇਹ ਦੇਖੋ ਆਪਾਂ ਨੇ ਸ਼ੋ ਕਰਤਾ ਵੀ ਜਿਹੜੇ A ਤੇ B ਨੇ ਉਹ ਦੋਨੇ ਅਕਿਊਟ ਐਂਗਲ ਨੇ ਜੀ। ਅਕਿਊਟ ਐਂਗਲ ਹੁੰਦਾ ਜਿਹੜਾ 0 ਤੋਂ ਵੱਡਾ ਹੋਵੇ ਤੇ 90 ਤੋਂ ਛੋਟਾ ਹੋਵੇ। ਤੇ C ਐਂਗਲ ਇਹ ਆ ਗਿਆ ਜੀ ਆਪਣਾ। ਹੁਣ ਆਪਾਂ ਕੀ ਕਰਨਾ ਜੀ, ਇਨ ਰਾਈਟ ਟ੍ਰਾਇੰਗਲ ACB ਆਪਾਂ ਨੂੰ ਕੀ ਗਿਵਨ ਦਿੱਤਾ ਭਾਈ, ਦੇਖੋ cos A ਇਕੁਅਲ ਟੂ cos B ਤੇ cos A ਇਕੁਅਲ ਟੂ cos B ਤੇ ਹੁਣ B ਇੱਥੇ ਨਹੀਂ ਲੈਣਾ ਕਿਉਂਕਿ ਨੇ ਆਪਾਂ ਨੂੰ ਗਿਵਨ ਦੇਤਾ ਜੀ ਵੀ A ਤੇ ਵੀ ਅਕਿਊਟ ਐਂਗਲ, ਅਕਿਊਟ ਜਿਹੜੇ 0 ਤੋਂ ਛੋਟੇ ਹੋਣ 90 ਤੋਂ ਵੱਡੇ ਹੋਣ। ਠੀਕ ਹੈ ਜੀ। ਤਾਂ ਦੋ ਐਂਗਲ ਅਕਿਊਟ ਹੋ ਗਏ, ਤਾਂ ਮੇਰਾ ਤੀਜਾ ਐਂਗਲ ਸੀ ਰਾਈਟ ਐਂਗਲ ਟ੍ਰਾਇੰਗਲ ਹੋ ਗਏ। cos A ਇਕੁਅਲ ਟੂ cos B ਦੇ ਜੀ। ਹੁਣ cos ਦੇਖੋ ਆਪਾਂ ਨੇ ਲਾਸਟ 'ਚ ਕੀਤਾ ਸੀ ਪੰਡਤ ਬੱਦਰੀ ਪ੍ਰਸ਼ਾਦ ਹਰ ਬੋਲੇ ਜੀ ਸੋਨਾ ਚਾਂਦੀ ਤੋਲੇ। ਹਾਂ ਟੇਜੈਂਟ ਦੀ ਵੈਲਿਊ ਆ ਜੀ cos ਦੀ ਹੈ ਤੇ ਆਹ ਜੀ ਸਾਈਨ ਦੀ। ਆਪਾਂ ਨੂੰ cos ਦੀ ਚਾਹੀਦੀ ਹੈ B/H ਬੇਸ ਅਪੋਨ ਹਾਈਪਰ। ਹੁਣ ਜੇ cos A ਮੀਨਸ ਤੁਹਾਨੂੰ ਦੱਸਿਆ ਸੀ ਵੀ ਜਿੱਥੇ A ਹੈ ਤਾਂ ਇੱਥੇ ਐਂਗਲ ਬਣ ਰਿਹਾ ਇਸ ਵਾਰ। ਜੇ ਇੱਥੇ ਐਂਗਲ ਹੈ ਤਾਂ ਬੇਸ ਜਿਹੜੀ ਐਂਗਲ ਹਾਈਪੋਟਨਿਊਜ਼ ਦੇ ਨਾਲ ਐਂਗਲ ਬਣਾਵੇ ਉਹਨੂੰ ਬੇਸ ਕਹਿੰਦੇ ਨੇ। ਬੇਸ ਹੋ ਗਈ ਹਾਈਪੋਟਨਿਊਜ਼, ਤਾਂ AC ਮੇਰੀ ਕੀ ਹੋ ਗਈ ਜੀ, ਬੇਸ ਹੋ ਗਈ ਜੀ। ਤੇ A ਵੀ ਆਪਣੀ ਹਾਈਪੋਟਨਿਊਜ਼ cos B 'ਚ। ਤਾਂ ਹੁਣ B ਆ BC ਐਂਗਲ ਬਣਾ ਰਹੀ ਹੈ ਹਾਈਪੋਟਨਿਊਜ਼ ਦੇ ਨਾਲ, ਤਾਂ BC ਮੇਰੀ ਕੀ ਹੋ ਗਈ, ਬੇਸ ਹੋ ਗਈ ਜੀ। ਤੇ A ਵੀ ਮੇਰੀ ਕੀ ਹੋ ਗਈ, ਹਾਈਪੋਟਨਿਊਜ਼। AB ਨਾਲ AB ਕੈਂਸਲ ਆਊਟ ਹੋ ਗਿਆ। ਦੇਖੋ AC ਇਕੁਅਲ ਟੂ ਕਾਹਦੇ ਆ ਗਈ, BC ਦੀ। ਹੁਣ ਦੇਖੋ ਜੀ, ਕਿਸੇ ਵੀ ਟ੍ਰਾਇੰਗਲ 'ਚ ਜੇ ਮੰਨ ਲਓ ਆਹ ਸਾਈਡ ਹੈ ਇਹਦੇ ਇਕੁਅਲ ਹੈ ਤਾਂ ਇਹਦੇ ਜਿਹੜੇ ਓਪੋਜਿਟ ਐਂਗਲ ਹੁੰਦੇ ਨੇ ਆਹ ਐਂਗਲ ਵੀ ਆਹ ਐਂਗਲ ਦੇ ਓਪੋਜਿਟ ਹੋਊਗਾ ਜੀ। ਤਾਂ ਇਸ ਲਈ ਐਂਗਲ A ਇਕੁਅਲ ਟੂ ਐਂਗਲ B ਤੇ ਜੀ। ਰੀਜਨ ਆਪਾਂ ਲਿਖਾਂਗੇ ਜੀ ਐਂਗਲਸ opposite to equal sides of triangle are equal। ਠੀਕ ਹੈ ਜੀ। ਜੇ ਕਿਸੇ ਟ੍ਰਾਇੰਗਲ ਦੀਆਂ ਦੋ ਸਾਈਡਾਂ ਦੇ ਜਿਹੜੇ ਓਪੋਜਿਟ ਐਂਗਲ ਨੇ ਉਹ ਇਕੁਅਲ ਹੋਣਗੇ ਕਦੋਂ, ਜਦੋਂ ਦੋਨੇ ਸਾਈਡਾਂ ਕੀ ਨੇ ਜੀ, ਇਕੁਅਲ ਨੇ ਜੀ। ਤਾਂ ਆਪਣਾ ਫਸਟ ਸਮ ਹੋ ਗਿਆ ਜੀ ਕੰਪਲੀਟ। ਨੈਕਸਟ ਸਮ ਦੇਖੋ ਜੀ, ਸੈਕਿੰਡ ਸਮ 'ਚ ਹੈਗਾ ਜੀ ਇਫ cot θ 7/8 if cot θ equal to 7/8 evaluate करना ही अपने evaluate कादी वैल्यू करना है जी। फस्ट है जी अपना 1 + sin θ, एक जी 1 + sin θ 1 - sin θ अपॉन 1 + cos θ 1 + cos θ 1 - cos θ। फस्ट पार्ट ये है जी अपना। तो सैकेंड पार्ट है जी अपना cot स्क्वायर θ, cot स्क्वायर θ। ਹੁਣ फस्ट देखो जी ਆਪਾਂ ਨੂੰ ਕੀਤਾ ਜੀ cot θ 7/8। ठीक है जी। ਆਪਾਂ ਨੇ ਕੀਤਾ ਸੀ ਪੰਡਤ ਬੱਦਰੀ ਪ੍ਰਸ਼ਾਦ ਹਰ ਬੋਲੇ ਸੋਨਾ ਚਾਂਦੀ ਤੋਲੇ। ਟੇਜੈਂਟ cot ਹੁੰਦਾ ਟੇਜੈਂਟ ਦਾ ਰੈਸੀਪ੍ਰੋਕਲ। ਤਾਂ cot ਕੀ ਆ ਗਿਆ ਜੀ, ਬੇਸ ਅਪੋਨ ਪਰਪੈਂਡੀਕੂਲਰ। अपना राइट एंगल ट्रायंगल ड्रा कर ली जी। ठीक है जी। अपने राइट एंगल ट्रायंगल ड्रा कर ली। थीटा अपने इत्थे ड्रा कर लिया मान लो। ठीक है जी। आप नाम दे लो आपदे कोलों ABC। जे थीटा इत्थे तां इहदा बेस ए हो गया जी, तो इहदा परपेंडिकुलर हो गया, तो इहदा हाइपोटेन्यूज हो गया।
ਹੁਣ ਆਪਾਂ ਨੂੰ ਦੇਖੋ ਜੀ ਬੇਸ ਕਿੰਨਾ ਦਿੱਤਾ ਪਿਆ ਜੀ 7 ਤੇ ਪਰਪੈਂਡੀਕੂਲਰ 8। ਪਹਿਲਾਂ ਆਪਾਂ ਹਾਈਪੋਟਨੇਜ ਪਤਾ ਕਰੋ ਜੀ। ਉਵੇਂ ਇਨ ਰਾਈਟ ਟ੍ਰਾਇੰਗਲ ਏ ਬੀ ਸੀ ਤਾਂ ਏ ਸੀ ਦਾ ਸਕੇਅਰ ਕਾਹਦੇ ਇਕੁਅਲ ਹੋਊਗਾ ਜੀ ਏ ਬੀ ਦਾ ਸਕੇਅਰ ਪਲੱਸ ਬੀ ਸੀ ਦਾ ਸਕੇਅਰ। ਠੀਕ ਹੈ ਜੀ ਏ ਬੀ ਦਾ ਕਾਹਦੇ ਨਾਲ ਜੀ ਬਾਈ ਪਾਈਥਾਗੋਰਸ ਥਿਓਰਮ ਜੀ। ਠੀਕ ਹੈ ਜੀ ਬਾਈ ਪਾਈਥਾਗੋਰਸ ਥਿਓਰਮ ਜੀ। ਹੁਣ ਏ ਸੀ ਦੀ ਵੈਲਿਊ ਆਪਾਂ ਨੇ ਫਾਈਂਡ ਕਰਨੀ ਹੈ ਜੀ। ਏ ਬੀ ਦੀ ਵੈਲਿਊ ਆਪਣੇ ਕੋਲ ਕਿੰਨੀ ਆ ਗਈ ਜੀ 8 ਦਾ ਸਕੇਅਰ ਪਲੱਸ ਬੀ ਸੀ ਦੀ 7 ਆ 7 ਦਾ ਸਕੇਅਰ। ਏ ਸੀ ਦਾ ਸਕੇਅਰ ਕਦੇ ਆ ਗਿਆ ਜੀ 8 ਦਾ 64 ਤੇ 7 ਦਾ 49। 8 ਦਾ 64 ਤੇ 7 ਦਾ 49 ਤਾਂ ਏ ਸੀ ਦਾ ਸਕੇਅਰ ਕਦੇ ਆ ਗਿਆ ਜੀ ਇਹਨਾਂ ਦਾ ਪਲੱਸ ਹੋ ਗਿਆ ਜੀ 4 ਤੇ 9 13 64 10 10 ਤੇ 11 ਜੀ। ਤਾਂ ਟੇਕਿੰਗ ਸਕੇਅਰ ਰੂਟਸ ਬੋਥ ਸਾਈਡ ਸੀ ਤਾਂ ਇੱਧਰ ਵੀ ਸਕੇਅਰ ਰੂਟ ਕਰਤਾ ਜੀ ਏ ਸੀ ਦਾ ਤੇ ਇੱਧਰ ਵੀ ਸਕੇਅਰ ਰੂਟ ਕਰਤਾ ਜੀ। ਇੱਧਰ ਸਕੇਅਰ ਰੂਟ ਨਾਲ ਸਕੇਅਰ ਹੋ ਗਿਆ ਜੀ ਤਾਂ ਏ ਸੀ ਦੀ ਵੈਲਿਊ √ 113 ਆ ਗਈ ਜੀ। ਤਾਂ ਇਹਦੀ ਵੈਲਿਊ √ 113 ਆ ਗਈ ਜੀ। ਪਹਿਲਾਂ ਦੇਖੋ ਆਪਾਂ ਸੈਕੰਡ ਪਾਰਟ ਸੋਲਵ ਕਰ ਲਈਏ ਜੀ ਹੈ ਨਾ। ਕਾਟ ਸਕੇਅਰ ਥੀਟਾ ਮੀਨਸ ਕਾਟ ਦਾ ਸਕੇਅਰ ਕਰਤਾ ਜੀ ਤੇ ਕਾਟ ਦੀ ਵੈਲਿਊ ਪੁੱਟ ਕਰ ਦਿਓ ਕਿੰਨੀ ਹੈ ਦੇਖੋ ਜੀ 7/8 ਹੈ ਨਾ। ਕਾਟ ਦੀ ਵੈਲਿਊ ਕਿੰਨੀ ਹੈ 7/8 ਤਾਂ ਕਾਟ ਦੀ ਵੈਲਿਊ 7/8 ਦੀ ਪੁੱਟ ਕਰਤੀ। ਕਾਟ ਥੀਟੇ ਦੀ ਵੈਲਿਊ ਤਾਂ ਇਹਦਾ ਸਕੇਅਰ ਸੀ ਤਾਂ ਇਹਦਾ ਸਕੇਅਰ ਕਰਤਾ ਜੀ। ਦੇਖੋ 7 ਦਾ ਸਕੇਅਰ 49 8 ਦਾ ਸਕੇਅਰ 64। ਕਾਟ ਸਕੇਅਰ ਥੀਟਾ ਸੀ ਤਾਂ ਕਾਟ ਥੀਟੇ ਦੀ ਵੈਲਿਊ ਕਿੰਨੀ ਸੀ ਦੇਖੋ 7/8 ਹੈ ਜੀ ਤਾਂ ਸਕੇਅਰ ਸੀ ਤਾਂ ਆਪਾਂ ਵੈਲਿਊ ਦਾ ਵੀ ਸਕੇਅਰ ਕਰਤਾ ਤਾਂ 49/64 ਆ ਗਿਆ ਜੀ। ਤੇ ਹੁਣ ਇਹਦਾ ਫਸਟ ਪਾਰਟ ਆਪਾਂ ਕਰ ਲਈ ਜੀ। ਆਪਾਂ ਇਹਨੂੰ ਅਰੇਂਜ ਕਰ ਲੈਣੇ। ਦੇਖੋ ਹੁਣ ਫਸਟ ਪਾਰਟ ਦੇਖ ਲਓ ਜੀ। ਫਸਟ ਪਾਰਟ ਸੀਗਾ ਜੀ ਆਪਣਾ ਹੁਣ ਵੈਲਿਊਆਂ ਕਦੇ ਚਾਹੀਦੀਆਂ ਨੇ। ਪਹਿਲਾਂ ਤਾਂ ਮੈਨੂੰ ਸਾਈਨ ਥੀਟੇ ਦੀ ਇੱਕ ਸਾਈਨ ਥੀਟਾ ਦੇਖੋ ਕਾਹਦੇ ਪਾਉਣਾ P/H ਦੇ P/H ਦੇ। ਪਰਪੈਂਡੀਕੂਲਰ ਕੀ ਹੈ ਦੇਖੋ ਜੀ ਮੇਰਾ 8 ਪਰਪੈਂਡੀਕੂਲਰ ਕੀ ਹੈ ਮੇਰਾ 8 ਤੇ ਹਾਈਪੋਟਨਿਊਜ਼ √ 113 ਜੀ। ਕਾਸ ਥੀਟਾ B/H ਦੇ ਹੁੰਦਾ ਤਾਂ B ਕੀ ਹੈ ਮੇਰੀ 7 ਹਾਈਪੋਟਨਿਊਜ਼ ਕਿੰਨਾ ਜੀ ਆਪਣਾ √ 113 ਜੀ। ਹੁਣ ਦੇਖੋ ਜੀ 1 + ਸਾਈਨ ਥੀਟਾ 1 - ਸਾਈਨ ਥੀਟਾ ਚਾਹੇ ਤਾਂ ਇੱਥੇ ਇਹਦੀ ਵੈਲਿਊ ਪੁੱਟ ਕਰ ਲਓ ਚਾਹੇ ਇਹਦੀ ਆਇਡੈਂਟੀਟੀ ਲਾ ਲਓ। ਪਹਿਲਾਂ ਚਾਹੇ ਇਹਦੀ ਵੈਲਿਊ ਪੁੱਟ ਕਰ ਲਿਓ 1 + ਸਾਈਨ ਥੀਟੇ ਦੀ ਵੈਲਿਊ ਕੀ ਹੈ 8/√ 113 ਜੀ। 1 - 8/130। ਠੀਕ ਹੈ ਜੀ। ਨੀਚੇ ਕਰੀਏ ਜੀ 1 + ਕਾਸ ਥੀਟਾ ਕੀ ਹੈ ਜੀ 7/√ 113 1 - 7/√ 130। ਇੱਕ ਆਪਣੇ ਕੋਲ ਆਇਡੈਂਟੀਟੀ ਹੁੰਦੀ ਹੈ ਜੀ ਇੱਕ A + B A - B ਕਦੇ ਹੁੰਦੇ ਜੀ A ਦੀ 2 - B ਦੀ 2 A ਸਕੇਅਰ - B ਸਕੇਅਰ ਜੀ। ਹੁਣ ਦੇਖੋ A ਕੀ ਹੈ 1 ਹੈ ਉੱਪਰਲੇ 'ਚ B ਕੀ ਹੈ ਮੇਰਾ 8/√ 113 ਤਾਂ ਆਪਣਾ ਕੀ ਲਿਖ ਸਕਦੇ ਹਾਂ ਦੇਖੋ ਜੀ ਪਹਿਲਾਂ ਫਸਟ ਅੱਖਰ ਦਾ ਸਕੇਅਰ ਮਾਈਨਸ B A ਦਾ ਸਕੇਅਰ ਹੋ ਗਿਆ ਜੀ ਦੇਖੋ B ਦਾ ਸਕੇਅਰ ਜੀ ਨੀਚੇ ਜੀ। ਹੁਣ ਦੇਖੋ ਜੀ ਨੀਚੇ 'ਚ A ਕੀ ਹੈ ਆਪਣਾ 1 ਤਾਂ ਉਵੇਂ 1 ਦਾ ਸਕੇਅਰ ਮਾਈਨਸ B ਕੀ ਹੈ ਜੀ ਆਪਣਾ 7/√ 113 ਤਾਂ A ਦਾ ਸਕੇਅਰ ਜੀ। ਠੀਕ ਹੈ ਜੀ। ਇਹਨੂੰ ਦੇਖੋ ਜੀ ਆਪਾਂ ਸੋਲਵ ਕਰਾਂਗੇ ਕੀ ਬਣ ਜੂਗਾ 1 ਦਾ ਸਕੇਅਰ 1 ਮਾਈਨਸ 8 ਦਾ ਸਕੇਅਰ 64 ਦੇਖੋ ਕਿਸੇ ਵੀ ਅੰਡਰੂਟ ਦਾ ਹੁਣ ਦੱਸਿਆ ਸੀ ਅੰਡਰੂਟ ਦਾ 113 ਜਿਵੇਂ ਦਾ ਸਕੇਅਰ ਕਰਾਂਗੇ ਤਾਂ ਸਕੇਅਰ ਰੂਟ ਦੀ ਵੈਲਿਊ 1.2 ਹੁੰਦੀ ਹੈ ਤਾਂ 1.2 ਨੂੰ ਦੇਖੋ ਜੇ 2 ਨਾ ਕਰਾਂਗੇ ਤਾਂ 2 ਨਾਲ 2 ਕੈਂਸਲ ਤਾਂ ਇਹਦੇ ਨਾਲ ਕੈਂਸਲ ਹੋ ਗਿਆ ਤਾਂ 113 ਨੀਚੇ ਜੀ 1/7 ਦਾ ਆ ਗਿਆ ਦੇਖੋ ਜੀ 49 113 ਜੀ। ਹੁਣ ਇਹਨਾਂ ਦੋਨਾਂ ਦਾ ਕੀ ਲੈ ਲਿਆ ਆਪਾਂ ਐਲਸੀਅਮ ਲੈ ਲਿਆ ਜੀ ਤਾਂ ਕੀ ਆ ਗਿਆ ਜੀ ਆਪਣਾ 113 - 64 / 113 113 - 57 / 113 113 ਡਿਨੋਮੀਨੇਟਰ ਉਹਨਾਂ ਦੇ ਸੇਮ ਨੇ ਤਾਂ ਕੈਂਸਲ ਆਊਟ ਹੋ ਗਏ। 113 ਚੋਂ 64 ਕੱਢੋਗੇ ਤਾਂ ਤੁਹਾਡਾ ਆ ਜਾਊਗਾ ਜੀ 49 113 'ਚ 49 ਕੱਢੋਗੇ ਤਾਂ ਤੁਹਾਡਾ ਆ ਜਾਊਗਾ ਜੀ 64
ਤਾਂ ਤੁਹਾਡਾ ਫਸਟ ਦਾ ਆंसर भी 49/64 आ गया जी। ਦੁਬਾਰਾ ਦੇਖ ਲਓ ਜੀ, ਕੁਛ ਨਹੀਂ ਕਰਨਾ ਜੀ, ਬਸ ਸਾਈਨ ਥੀਟੇ ਦੀ 8/113 ਵੈਲਿਊ ਹੈ ਤਾਂ ਉਹ ਪੁੱਟ ਕਰ ਲਈ। ਕੀ ਸੀਗਾ, ਕਿਹੜਾ ਪਲੱਸ ਦਾ ਸੀ, ਕਿਹੜਾ ਮਾਈਨਸ ਦਾ ਸੀ। ਕੌਸ ਦੀ ਵੈਲਿਊ ਕੀ ਹੈ 7/113 ਹੈ, ਆਪਾਂ ਕਿਹੜਾ ਪਲੱਸ ਦੀ ਪੁੱਟ ਕਰ ਲਈ, ਕਿਹੜਾ ਮਾਈਨਸ ਦੀ। ਆਪਾਂ ਆਇਡੈਂਟੀਟੀ ਲਾਤੀ ਵੀ a ਪਲੱਸ b a ਮਾਈਨਸ b ਕਦੇ ਹੁੰਦਾ a ਸਕੁਅਰ ਮਾਈਨਸ b ਸਕੁਅਰ ਦੇ ਜੀ। 1 ਦਾ a ਕੀ ਹੈ 1 ਤਾਂ 1 ਦਾ ਸਕੁਅਰ ਕਰਤਾ, ਮਾਈਨਸ ਕੀ ਹੈ b ਕੀ ਹੈ ਜੀ 8/113 ਤਾਂ ਇਹਦਾ ਸਕੁਅਰ ਕਰਤਾ ਜੀ। ਉਵੇਂ ਨੀਚੇ a ਕੀ ਹੈ 1 ਦਾ ਸਕੁਅਰ ਕਰਤਾ, b ਕੀ ਹੈ 7/113 ਉਹਦਾ ਸਕੁਅਰ ਕਰਤਾ ਜੀ। 1 ਦਾ ਸਕੁਅਰ 1, 8 ਦਾ ਸਕੁਅਰ 64, ਅੰਡਰੂਟ ਨਾਲ 2 ਨਾਲ ਅੰਡਰੂਟ ਕੈਂਸਲ ਆਊਟ ਹੋ ਗਿਆ ਤਾਂ 113 ਰਹਿ ਗਿਆ ਜੀ। 1 ਦਾ ਸਕੁਅਰ 1, 7 ਦਾ ਸਕੁਅਰ 49, ਅੰਡਰੂਟ ਨਾਲ ਸਕੁਅਰ ਕੈਂਸਲ ਹੋ ਗਿਆ ਜੀ। ਤਾਂ ਇਹਨਾਂ ਦਾ ਐਲਸੀਐਮ ਲੈਤਾ ਜੀ। ਇਹਦੇ ਨੀਚੇ ਡਿਨੋਮੀਨੇਟਰ ਹੈ ਨਹੀਂ ਸੀ ਤਾਂ ਡਿਨੋਮੀਨੇਟਰ ਜੇ ਬੰਦ ਲੱਗ ਗਿਆ ਤਾਂ 113 ਬਣਾਇਆ ਡਿਨੋਮੀਨੇਟਰ ਵੀ, ਤਾਂ ਨੋਮੀਨੇਟਰ ਨੂੰ 113 ਨਾਲ ਮਲਟੀਪਲਾਈ। ਠੀਕ ਹੈ ਜੀ, ਉਵੇਂ ਠੀਕ ਹੈ, ਨੀਚੇ ਐਲਸੀਐਮ ਲੈ ਲਿਆ ਜੀ ਤਾਂ 113 ਨਾਲ 113 ਕੈਂਸਲ ਆਊਟ ਹੋਇਆ। 113 'ਚ 64 ਕੱਢੇ 49 ਜੀ, 113 'ਚ 49 ਕੱਢੇ 64 ਜੀ। ਤਾਂ ਆਪਣਾ ਇਸ ਤਰੀਕੇ ਨਾਲ ਇਹ ਸਮ ਕੰਪਲੀਟ ਹੋ ਗਿਆ ਜੀ। ਥਰਡ ਸਮ ਦੇਖੋ ਜੀ ਆਪਣਾ, थर्ड सम च है जी अपन दिता इफ 3 cot इक्वल टू 4 दे, इफ 3 cot a इक्वल टू 4 दे चेक whether one man's tangent upon one man's tangent square a 1 plus tangent square a equal to कहते हैं जी cos square a minus sin square a, cos square a minus sin square a दे और not ठीक है जी। अपने 3 cot a इक्वल टू 4 दे अपने चेक करना है जी 1 माइनस टेंजेंट स्क्वायर a अपॉन 1 प्लस टेंजेंट स्क्वायर a इक्वल टू cos स्क्वायर a माइनस sin स्क्वायर a दे इक्वल हैगा या नहीं हैगा जी। तो पहला उम्मीद देखो जी, इधर 3 सीगा मल्टीप्लाई इधर जाके कहता हो गया जी डिवाइड का जी 4/3 ਆਪਾਂ लास्ट च किया भी cot कहते इक्वल होंगे जी बेस अपॉन हाईपोटेन्यूज ना सॉरी बेस अपॉन परपेंडिकुलर। तो हम आप ट्रायंगल ड्रा कर ली जी, और ए ले लिया जी आप इत्थे आप बी ले लिया, इत्थे आप सी ले लिया। हुण ए देखो ये दिता तो बेस मेरा ये हो गया जी, तो मेरा परपेंडिकुलर ये हो गया जी, तो मेरा हाईपोटेन्यूज ये हो गया। हुण आपां नूं उहने बेस देता जी 4 आ 4 है जी, परपेंडिकुलर 3, हाईपोटेन्यूज पहला आप फाइंड कर ली जी। इन राइट ट्रायंगल ए बी सी, तो ए सी का स्केयर इक्वल टू कहते जी ए बी का स्केयर प्लस बी सी का स्केयर, मैं लिख लो जी बाय पाइथागोरस थ्योरम, बाय पाइथागोरस थ्योरम। ए सी का स्केयर ए बी अपन दिता 4 का स्केयर जी प्लस बी सी अपन दिता जी 3 का स्केयर। ए सी का स्केयर कहता आ गया 4 का स्केयर 16, 3 का स्केयर 9 जी, तो ए सी का स्केयर 25 दे जी। तो टेकिंग स्केयर रूट बोथ साइड ए सी अंडरूट स्केयर रूट जी अंडरूट 25 जी। ए सी का स्केयर ये कैंसल आउट हो गया, ए सी 25 की स्केयर रूट होंगे जी 5 का। तो अपनी हाईपोटेन्यूज कितना आ गया जी अपना 5 आ गया जी। ये अपना कितना आ गया जी 5 आ गया। हुण आपां ने फाइंड की करना जी टेंजेंट, ठीक है जी। पहला आप टेंजेंट की वैल्यू देखो जी, टेंजेंट ए का इक्वल होंगे जी परपेंडिकुलर अपॉन बेस। तो ये मेरा परपेंडिकुलर की है जी, मेरा देखो 3 है, परपेंडिकुलर की है 3 है, बेस की है जी मेरा 4 है, मीनस टेंजेंट का रेसिप्रोकल हो गया। हुण आपां नूं चाहीदे ने जी एक साइन ते कॉस, ठीक है जी। को जी साइन ए कहते होंगे जी पी अपॉन एच दे
P अपनी कितनी है जी उरे 3 है तो H 5 आ गई। ਆਪਾਂ ਨੂੰ ਚਾਹੀਦਾ ਜੀ cos A। cos A ਕਾਹਦੇ ਹੁੰਦਾ B upon H ਦੇ ਜੀ। B ਕਿੰਨੀ ਆਪਣੀ 4 ਤੇ H ਆਪਣੀ 5 ਹੈ। ਬਸ ਇਹ 'ਚ ਵੈਲਿਊ ਪੁੱਟ ਕਰ ਲਓ ਜੀ। ਪਹਿਲਾਂ ਆਪਾਂ ਲੈਫਟ ਹੈਂਡ ਸਾਈਡ ਸੋਲਵ ਕਰ ਲਈ ਜੀ। ਦੇਖੋ ਜੀ 1 ਮਾਈਨਸ ਟੇਜੈਂਟ ਸਕੇਅਰ ਹੈ 1 ਮਾਈਨਸ ਟੇਜੈਂਟ। ਟੇਜੈਂਟ ਦੀ ਵੈਲਿਊ ਕਿੰਨੀ ਹੈ 3 upon 4 ਸਕੇਅਰ ਸੀ ਤਾਂ ਸਕੇਅਰ ਕਰਤਾ। 1 ਪਲੱਸ ਟੇਜੈਂਟ ਦੀ ਵੈਲਿਊ ਕਿੰਨੀ ਹੈ 3 upon 4 ਸਕੇਅਰ ਸੀ ਤਾਂ ਸਕੇਅਰ ਕਰਤਾ। ਆਦੇ ਇੱਕ ਲੱਗੀ ਦੇਖੋ 1 ਦਾ 1 ਜੀ 3 ਦਾ ਸਕੇਅਰ 9 4 ਦਾ ਸਕੇਅਰ 16 1 ਦਾ 1 ਪਲੱਸ 3 ਦਾ ਸਕੇਅਰ 9 4 ਦਾ ਸਕੇਅਰ 16 ਦੋਨਾਂ ਦਾ ਆਪਾਂ ਕੀ ਕਰ ਲਿਆ ਐਲਸੀਐਮ ਲੈ ਲਿਆ ਜੀ। ਦੋਨਾਂ ਦਾ ਆਪਾਂ ਐਲਸੀਐਮ ਲੈ ਲਿਆ ਜੀ। ਕੀ ਲੈ ਲਿਆ ਦੇਖੋ 16 ਆ ਗਿਆ ਉੱਪਰ ਵੀ 16 ਆ ਗਿਆ। ਦੇਖੋ 16 ਐਲਸੀਐਮ ਲੈਤਾ ਤਾਂ ਮਾਈਨਸ 9 ਜੀ। ਇੱਥੇ ਡਿਨੋਮੀਨੇਟਰ ਹੈ ਨਹੀਂ ਸੀਗਾ ਤਾਂ 1 ਜੇ ਆਪਾਂ ਡਿਨੋਮੀਨੇਟਰ ਨਹੀਂ ਹੁੰਦਾ ਤਾਂ 1 ਲਾਉਣੇ ਆ ਜੀ। ਤਾਂ ਜੇ 1 ਨੂੰ 16 ਨਾਲ ਡਿਨੋਮੀਨੇਟਰ ਨੂੰ ਮਲਟੀਪਲਾਈ ਤਾਂ ਨੋਮੀਨੇਟਰ ਨੂੰ ਵੀ 16 ਨਾਲ ਉਵੇਂ ਨੀਚੇ ਜੀ 16 प्लस 9 अपॉन 16 16 ਨਾਲ 16 कैंसिल हो गया जी। 16 ਚ 9 16 ਚ 9 माइनस करे जी 7 ठीक है जी। 16 ਚ 9 माइनस करे जी 7 16 ਚ 9 प्लस करे जी देखो कितना आ गया जी 25 जी। तो 7 अपॉन 25 आ गया जी। किहदी वैल्यू आ गई जी अपनी 1 माइनस ठीक है टेजन स्केयर अपॉन 1 प्लस टेजन स्केयर दी। हुण आपां उहदा राइट हैंड साइड जी की है राइट हैंड साइड देखो जी कॉस स्क्वायर ए माइनस साइन स्क्वायर ए जी। आप ले लिया जी राइट हैंड साइड जी इक्वल टू कॉस स्क्वायर ए जी। कॉस स्क्वायर ए की वैल्यू की है देखो जी 4 अपॉन 5 का स्क्वायर इक्वल टू माइनस कितना 3 साइन की वैल्यू 3 अपॉन 5 का स्क्वायर 4 अपॉन फिर 16 अपॉन 5 माइनस 9 अपॉन सॉरी फिर 25 बन गया 9 अपॉन 25 जी। देखो जी एलसीएम डिनोमीनेटर सेम है तो एलसीएम आ गया 25 तो 16 च 9 कटे 7 अपॉन 25 जोड़ा कि मेरा लैफ्ट हैंड साइड के इक्वल है जी। तो आप लिख सकते हैं लैफ्ट हैंड साइड इक्वल टू राइट हैंड साइड ठीक है। तो अपना वेरीफाई हो गया भी हाँ ये इक्वल है जी ठीक है जी। आप नैक्सट सम देखते हैं जी 8th नेक्स्ट सम है जी इन ए बी सी राइट एंगल एट बी इन ट्रायंगल ए बी सी राइट एंगल एट बी बी दे राइट एंगल है जी। इफ टेजेंट ए इफ टेजेंट ए इफ टेजेंट ए 1 upon √3 if टेजेंट ए 1 upon √3 find the value of find the value of find the value of sin a cos c cos a sin c। फर्स्ट है जी अपना sin a cos c प्लस cos a sin c sin a cos c cos a sin c। सैकेंड है जी cos a सैकेंड है जी cos a cos c माइनस sin a sin c। राइट एंगल एट बी है जी। पहला आप राइट एंगल ट्रायंगल ड्रा कर ली उरे ए ले लिया उरे बी उरे सी जी। देखो जी हुण आपां नूं दित्ता टेजेंट ए काहदे है जी 1 upon √3 दे। टेजेंट ए हुंदा जी आपां ने करके हटा जी पी अपॉन बी दे ए दे अकॉर्डिंग है जी। ए दे अकॉर्डिंग जे थीटा हो रहा तो बेस ए हो गया जी तो परपेंडिकुलर मेरा ए हो गया जी तो हाईपोटनूज मेरा ए हो गया। ये चाहे बाद तुसीं अरेज कर दिया करो जी सम सॉल्व करके पेंसिल नाल ला ले जी उदों अरेज करते जी। तो देखो जी पी हुण कितनी है अपनी 1 है जी बी कितनी है जी बेस कितना √3 आपां ने पहला हाईपोटनूज फाइंड करने उवें जी इन राइट ट्रायंगल ए बी सी ए सी का स्केयर काहदे इक्वल है जी ए बी का स्केयर प्लस बी सी का स्केयर बाय पाइथा ठीक है जी गोरस
थ्योरम जी, बाय पाइथागोरस थ्योरम जी। AC का स्केयर कितना है जी अपने फाइंड करना है जी। AB कितना है जी √3 का स्केयर प्लस BC कितना है जी 1 का स्केयर। AC का स्केयर की आ गया देखो जी √3 का स्केयर 3 प्लस 1 का स्केयर 1 जी। √3 का स्केयर 3 1 का स्केयर 1 जी। तो AC कितना आ गया जी अपना 4 दे AC का स्केयर उमें जी टेकिंग स्केयर रूट बोथ साइड्स। तो इधर भी स्केयर रूट करता जी अपने तो इधर भी स्केयर रूट करता। स्केयर रूट ना स्केयर खत्म हो गया जी। तो AC का 4 2 का स्केयर रूट 4 होंगे जी। इसकी वैल्यू कितनी आ गई 2 आ गई जी। हुण देखो जी आप फाइंड की करना जी फस्ट साइन ए। पहला आप वैल्यूआं पता कर लो। देखो साइन ए होंगे देखो P/H दे जी ए दे अकॉर्डिंग P/H P की है जी अपनी 1 H की है 2। देखो साइन C जी तो थीटा ए हो गया आ बेस हो गई तो परपेंडिकुलर हो गया तो √3/2 जी। हुण उमें जी कॉस ए जी कॉस ए थीटा है जो B/H होंगी है तो मीनस √3/2 कॉस C तो बेस हुण आ हो गया जी तो 1 हाईपोटेन्यूज 2। फस्ट च देखो जी की अपना साइन ए कॉस C साइन ए की वैल्यू कितनी है 1.2 मल्टीप्लाई कॉस C की वैल्यू कितनी है जी 1.2 मैंस जी कॉस ए की वैल्यू कितनी है जी √3/2 कॉस ए साइन C की वैल्यू भी कितनी है जी √3/2 जी। देखो 1 नूं बंद ना करे 1 2 नूं 2 ना करे जी 4 मैंस √3 नूं 3 ना करे 3 2 नूं 2 ना करे जी 4। देखो जी किसी भी स्केयर रूट का देखो √3 नूं 3 ना करे तो इन्हों का जी आंसर की आउंदा 3 क्योंकि जे √3 का देखो स्केयर करे स्केयर ना स्केयर रूट कट गया तो 3 आंसर आऊगा। तो एलसीएम कितना आ गया सेम आ गया 4 जी। तो एलसीएम कितना आ गया थोड़ा जी सेम आ गया जी 4 2 नूं 2 ना करे 4 तो 1 मैंस 3 मैंस 2/4 जी। सॉरी ये प्लस सीगा तो अपना रे प्लस तो 4/4 कैंसल हो गए तो आंसर आ गया थोड़ा जी 1 जी। हुण जे आपां इहदा सैकेंड पार्ट देखिए जी इहनूं अरेंज कर लेने जी। सैकेंड पार्ट देखो जी की हैगा हुण हैगा सी कॉस ए कॉस C। देखो जी कॉस ए किन्ना √3/2 सैकेंड पार्ट सॉल्व करते हैं जी आप कॉस C किन्ना मल्टीप्लाई 1/2 मैंस साइन ए किन्ना जी 1/2 साइन C किन्ना √3/2 जी। √3 नूं बंद ना करें √3 2 नूं 2 ना करें जी 4 मैंस √3 नूं √3 2 नूं 2 ना करें 4 प्लस माइनस देने कैंसल आउट हो गए तो आंसर क्या दिया गया 0 जी। थोड़ा आंसर अगला आंसर आ गया जी 0 तो जी। ठीक है जी आप नैक्सट सम देखते हैं जी। नेक्स्ट सम है जी इन ट्रायंगल PQR राइट एंगल एट Q इन ट्रायंगल PQR राइट एंगल्ड एट Q PR प्लस QR 25 दे PR प्लस QR इक्वल टू 25 दे जी सेंटीमीटर एंड PQ 5 सेंटीमीटर एंड PQ 5 सेंटीमीटर दे जी। डिटरमाइन द वैल्यू ऑफ साइन P डिटरमाइन द वैल्यू ऑफ साइन P cos P ते टेजेंट P साइन P cos P एंड टेजेंट P
देखो जी राइट एंगल एट क्यू कहता, पहले आप डायग्राम ड्रा कर लिए जी। क्यू तो जी राइट एंगल है, इत्थे थोड़ी पी आ गई, इत्थे थोड़ा आर आ गया जी। पी क्यू 5 सेंटीमीटर। ਆਪਾਂ ਨੂੰ ਹੁਣ ਉਹਨੇ ਨਵੀਂ ਚੀਜ਼ ਕੀ ਦੇਤੀ ਇਸ ਵਾਰ, ਇਹ ਦੇਤਾ ਆਪਾਂ ਨੂੰ ਵੀ ਪੀ ਆਰ ਪਲੱਸ ਕਿਊ ਆਰ 25 सेंटीमीटर। ਇਹਨਾਂ ਦੋਨਾਂ ਦਾ ਪਲੱਸ ਕਰਕੇ ਜਿੰਨਾ 25 ਆਉਂਦਾ ਜੀ। ਹੁਣ ਆਪਾਂ ਨੂੰ ਪਹਿਲਾਂ ਜਿੰਨੇ ਸਮ ਦਿੱਤੇ ਨੇ ਸਿੰਗਲ ਦਿੱਤੀ ਹੁੰਦੀ ਸੀ, ਜਾਂ ਦਿੱਤੀ ਹੁੰਦੀ ਜਾਂ, ਪਰ ਇਹਨਾਂ ਦੋਨਾਂ ਦਾ ਪਲੱਸ ਦੇਤਾ ਜੀ ਤਾਂ ਕੁਛ ਨਹੀਂ ਕਰਨਾ। ਆਪਾਂ ਇਹ 'ਚ ਇੱਕ ਚੀਜ਼ ਕਰ ਲਓ ਵੀ ਕੀ ਹੈ, ਵੀ ਪੀ ਆਰ ਦੀ ਵੈਲੂ ਕੀ ਆ ਗਈ ਜੀ, ਜਾਂ ਠੀਕ ਹੈ ਆਪਣੀ ਕਿਊ ਆਰ ਦੀ ਵੈਲੂ ਕੀ ਆ ਗਈ ਜੀ 25। ਪੀ ਆਰ ਉੱਧਰ ਜਾ ਕੇ ਕੀ ਹੋ ਗਿਆ ਜੀ, ਕਿਊ ਪੀ ਆਰ ਉੱਧਰ ਜਾ ਕੇ ਕਾਹਦਾ ਹੋ ਗਿਆ ਜੀ, ਮਾਈਨਸ ਦਾ। ਚਾਹੇ ਦੇਖੋ ਜੀ ਕਿਊ ਆ ਪੀ ਆਰ ਨੂੰ ਕਰ ਲਿਓ, ਕਿਊ ਆਰ ਜਾ ਕੇ ਉੱਧਰ ਮਾਈਨਸ ਦਾ ਹੋ ਜੀ। ਇੱਕ ਦੀ ਵੈਲੂ ਆਪਾਂ ਪੁੱਟ ਬਣਾ ਲਾਂਗੇ ਜੀ, ਚਾਹੇ ਤਾਂ ਪੀ ਆਰ ਦੀ ਵੈਲੂ ਬਣਾ ਲਿਓ ਵੀ ਕਿਊ ਆਰ ਉੱਧਰ ਜਾ ਕੇ ਮਾਈਨਸ ਦਾ ਹੋ ਜੂ, ਚਾਹੇ ਕਿਊ ਆਰ ਦੀ ਬਣਾ ਲਿਓ ਪੀ ਆਰ ਇੱਧਰ ਪਲੱਸ ਦਾ ਉੱਧਰ ਜਾ ਕੇ ਕਾਹਦਾ ਹੋ ਜੂ, ਮਾਈਨਸ ਦਾ ਜੀ। ਉਵੇਂ ਆਪਣਾ ਜੀ ਇਨ ਰਾਈਟ ਟ੍ਰਾਇੰਗਲ ਪੀ ਕਿਊ ਆਰ ਆਰ ਦਾ ਸਕੁਏਅਰ ਕਾਹਦੇ ਆ ਜੂਗਾ ਜੀ, ਕਿਊ ਆਰ ਦਾ ਸਕੁਏਅਰ ਪਲੱਸ ਪੀ ਕਿਊ ਦਾ ਸਕੁਏਅਰ ਬਾਈ ਪਾਇਥਾਗੋਰਸ ਥਿਓਰਮ ਜੀ। देखो जी पी आर ਆਪਾਂ ਨੂੰ नहीं पता जी कितनी है वैल्यू इक्वल टू क्यू आर। क्यू आर आप कढ़िया देखो की बनता 25 माइनस पी आर। क्यू आर की वैल्यू का इक्वल है जी 25 माइनस पी आर का स्केयर। आप वैल्यू पुट करती प्लस पी क्यू कितना जी आपको गिवन है जी 5। देखो पी आर का स्केयर देखो ये की बन गया, एक आइडेंटिटी होंगी है जी अपने को की होंगी है, देखो ए माइनस बी का स्केयर हो जी तो ए का स्केयर प्लस बी का स्केयर माइनस 2ab। ਹੁਣ देखो ए का स्केयर जी ए कितनी 25 का स्केयर प्लस पी आर का स्केयर माइनस 2 इंटू 25 इंटू पी आर। देखो ए कितनी सी 25 का स्केयर, बी कितनी सी पी आर, तो पी आर का स्केयर माइनस 2 ए कितनी है 25 पी आर ठीक है जी। ए 25 सी बी अपनी की बन गई सी पी आर, तो सारे दी वैल्यू पुट करती तो 5 की वैल्यू 25 5 का स्केयर सॉरी 25 तो पी आर का स्केयर कहते बन गया, देखो जी 25 का स्केयर होंगे 625 प्लस पी आर का स्केयर माइनस 50 25 दोनों करें जी 50 माइनस 50 पी आर प्लस 20 पी आर जी। पी आर वाले सारे इधर ले आओ जी। पी आर स्केयर आ इधर प्लस का तो इधर जाके कहता हो गया पी आर स्केयर माइनस का आ माइनस का तो कहता हो गया 50 पी आर 625 ते 25 650 जी। देखो पी आर प्लस माइनस कैंसल आउट हो गए तो अपने को रह गया 50 पी आर का क्लाइन दी तो पी आर का जी 650 बटे 50 0 ना 0 5 के टेबल पर गया 13 ते जी तो थोड़ी पी आर की वैल्यू 13 आ गई जी। तो हम यदि इन्हों आप 1 इक्वेशन मान लेंगे जी तो आप लिख लेंगे जी पुट पी आर इक्वल टू 13 इन इक्वेशन 1 तो 1 च पुट कर लिया। थोड़ी क्यू आर का इक्वल आ गई पी आर 25 माइनस पी आर कितनी है जी 13 तो क्यू आर थोड़ी कितनी आ गई जी 12। आ थोड़ी देखो जी 13 आ गई, आ थोड़ी 12 आ गई। बस हम दस दो जी देखो साइन पी तो मीनस पी तो बे पी है तो बेस है, साइन कि होंगे पी अपॉन एच दे, पी कितनी है 12 एच कितनी है जी 30 12 अपॉन 13। उस बाद जी कॉस पी तो बेस आ है जी तो बेस अपॉन हाईपोटेन्यूज होंगे ए है जी। तो टेजेंट पी पूछा सीगा जी, टेजेंट पी होंगी है परपेंडिकुलर अपॉन बेस, परपेंडिकुलर की थोड़ा 12 है जी क्योंकि थीटा पी ते है तो हाईपोटेन्यूज थोड़ा कितना जी 30 है। तो इस तरीके आप ये कर सकते हैं जी सारे सम। आई होप ये तुहानूं समझ आया होगा जी। जे तुहानूं मेरा टीचिंग भी वधिया लगता तो प्लीज़ मेरे चैनल में ज़्यादा तो ज़्यादा सबसक्राइब शेयर तो लाइक करो जी। जे फिर भी कोई ट्रिग्नोमेंट्री च कोई प्रॉब्लम है तो तुसीं कमेंट बॉक्स जाके कमेंट कर सकते हो, तो उसका आंसर मैं जरूर प्रोवाइड करूँगा जी। थैंक्स।